सोहंदड़ो हब ठाए कोई न दिसै डुजड़ो। खुलड़े कपाट नानक सतगुर भेटते। खुलड़े कपाट नानक सतगुर भेटते। वाहिगुरु ये पवित्र बचन पंजवें पातशाह शहीदां दे सरताज सतगुरु साहिब श्री गुरु अर्जन देव महाराज जी के उचारण किए हुए हैं। जो श्री साहिब महाराज जी के पवित्र अंग 80 उपर सुभाएमान हैं। ये पवित्र बचन ਦੀ ਇਹ ਬੋਲੀ ਹੈ। ਅਸੀਂ ਦੱਖਣ ਕਹਿੰਦੇ ਹਾਂ, ਉਹ ਦੱਖਣਾ ਕਹਿੰਦੇ ਹੈ। ਸਤਿਗੁਰਾਂ ਨੇ ਸ਼ਬਦ ਦਾ ਹੈਂਡਿੰਗ ਵੀ ਦੱਖਣਾ ਰੱਖਿਆ ਔਰ ਉਹਨਾਂ ਦੀ ਬੋਲੀ ਦੇ ਵਿੱਚ ਹੀ ਉਹਨਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਹਨਾਂ ਨਾਲ ਵਿਚਾਰ ਚੱਲ ਰਹੀ ਹੈ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੂੰ ਅਸੀਂ ਕਿਵੇਂ ਪਾ ਸਕਦੇ ਹਾਂ। ਹਠ ਮਜਾਹੂ ਮਾਂ ਪਿਰੀ ਪੱਸੇ ਕੋ ਦੀਦਾਰ। ਉਹਦੇ ਦਰਸ਼ਨ ਪਰਸਨੇ ਚਾਹੁੰਦੇ ਹਾਂ, ਕਿਰਪਾ ਕਰੋ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਫਿਰ ਦੂਸਰੇ ਸ਼ਬਦ ਵਿੱਚ ਬਿਆਨ ਕਰਦੇ ਹਨ। ਆਓ ਸਰਵਣ ਕਰੀਏ, ਆਰੰਭ ਕਰੀਏ। ਦੱਖਣਾ ਸੋਹੰਦੜੋ ਹਬ ਠਾਏ। ਸ਼ੋਭ ਰਿਹਾ ਹੈ, ਸੁਭਾਏਮਾਨ ਹੈ। ਹਬ ਠਾਏ ਹਰ ਥਾਂ 'ਤੇ। ਅਸੀਂ ਸਭ ਕਹਿੰਦੇ ਹਾਂ, ਸਭ ਥਾਂ 'ਤੇ ਉਹ ਕਹਿੰਦੇ ਆ ਹਬ ਠਾਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਸਾਰੇ ਥਾਵਾਂ 'ਤੇ ਹੀ ਵਿਰਾਜਮਾਨ ਹੈ ਭਾਈ। ਕੋਈ ਨਾ ਦਿਸੈ ਦੂਜੜੋ। ਮੈਨੂੰ ਤਾਂ ਉਸ ਤੋਂ ਬਗੈਰ ਦੂਜਾ ਕੋਈ ਦਿਖਾਈ ਨਹੀਂ ਦਿੰਦਾ। ਹਰ ਥਾਂ 'ਤੇ ਉਹ ਹੀ ਦਿਖਾਈ ਦਿੰਦਾ ਹੈ। ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟਤੇ। ਜਿੱਦੇ ਦਾ ਮੈਨੂੰ ਗੁਰੂ ਨੇ ਕਿਰਪਾ ਕਰਕੇ ਦੱਸਿਆ, ਜਿੱਦਣ ਦੀ ਗੁਰੂ ਨੇ ਮੇਰੇ 'ਤੇ ਕਿਰਪਾ ਕੀਤੀ ਅਤੇ ਮੈਨੂੰ ਦੱਸਣਾ ਕੀਤਾ, ਮੇਰੇ ਬੱਜਰ ਕਪਾਟ ਹੀ ਖੋਲ੍ਹ ਦਿੱਤੇ। ਭਾਵ ਜੋ ਸਾਡੀ ਬੁੱਧੀ ਨੂੰ ਬੱਜਰ ਕਪਾਟ ਲੱਗੇ, ਭਾਵ ਜਿੱਥੇ ਕਿ ਬੁੱਧੀ ਅਕਲ ਕੰਮ ਨਹੀਂ ਕਰਦੀ, ਜਿੱਥੇ ਸਾਡੀ ਮੱਤ ਛੋਟੀ ਹੈ, ਉਹ ਵੱਡਾ ਹੈ, ਸਮਰੱਥ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਰਾਮਦਾਸ ਜੀ ਨੇ ਕਿਰਪਾ ਕੀਤੀ, ਉਹ ਬੱਜਰ ਕਪਾਟ ਖੋਲ੍ਹ ਦਿੱਤੇ। ਹੁਣ ਹਰ ਥਾਂ 'ਤੇ ਉਹ ਦਿਖਾਈ ਦਿੰਦਾ। ਕੋਈ ਨਾ ਦਿਸੈ ਦੂਜੜੋ। ਕੋਈ ਦੂਜਾ ਦਿਸਦਾ ਹੀ ਨਹੀਂ। ਨਾਨਕ ਸਤਿਗੁਰ ਭੇਟ 'ਤੇ ਇਹ ਗੱਲ ਕਿਵੇਂ ਬਣੀ? ਜਦੋਂ ਗੁਰੂ ਮਿਲੇ, ਗੁਰੂ ਦੀ ਕਿਰਪਾ ਨਾਲ ਇਹ ਗੱਲ ਬਣ ਗਈ। ਸ਼ੰਤ ਫਿਰ ਗੁਰੂ ਦੀ ਮਹਿਮਾ ਕਰਦੇ ਹਨ ਸ਼ੰਤ ਰੂਪ ਸ਼ਬਦ ਵਿੱਚ।
ਤੇਰੇ ਬਚਨ ਅਨੂਪ ਅਪਾਰ। ਗੁਰੂ ਦੇ ਬਚਨ ਬੜੇ ਸੁੰਦਰ ਹਨ, ਬੇਅੰਤ ਹਨ, ਅਪਾਰ ਵੱਡੇ ਹਨ। ਗੁਰੂ ਦੇ ਬਚਨ ਸਾਡੇ ਜੀਵਨ ਦਾ ਆਧਾਰ ਹੈ। ਇਹ ਬਾਣੀ ਨਿਰੰਕਾਰ ਦਾ ਸਰੂਪ ਹੈ। ਇਹ ਬਾਣੀ ਦੇ ਬਚਨ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੇ, ਤੇ ਇਹ ਸਾਰੀ ਬਾਣੀ ਸਾਡੇ ਲਈ ਪਰਮੇਸ਼ਰ ਸਰੂਪ ਹੈ, ਅਨੂਪ ਹੈ, ਸੁੰਦਰ ਹੈ, ਬੇਅੰਤ ਹੈ। ਔਰ ਗੁਰੂ ਅਰਜਨ ਦੇਵ ਜੀ ਲਈ ਗੁਰੂ ਰਾਮਦਾਸ ਮਹਾਰਾਜ ਜਿਹੜੇ ਹਨ ਉਹ ਪਰਮੇਸ਼ਰ ਸਰੂਪ ਹੈ। ਇਸ ਕਰਕੇ ਉਹ ਆਪਣੇ ਗੁਰੂ ਦੀ ਸਿਫਤ ਕਰਦੇ ਹੋਏ ਬਖਸ਼ਿਸ਼ ਕਰਦੇ ਹਨ ਕਿ ਇਹ ਸਤਿਗੁਰੂ ਤੇਰੇ ਬਚਨ ਬੜੇ ਸੁੰਦਰ ਹਨ, ਬੇਅੰਤ ਹਨ, ਸਾਡਾ ਆਸਰਾ ਹੈ। ਬਾਣੀ ਵਿਚਾਰੀਏ ਜੀਓ ਤਾਂ ਤੇ ਸਾਧ ਸੰਗਤ ਜੀ। ਜੋ ਸਿੰਧੀ ਲੋਕਾਂ ਨੇ ਆ ਕੇ ਬਚਨ ਕੀਤੇ, ਬੇਨਤੀ ਕੀਤੀ, ਉਹਨਾਂ ਨੂੰ ਕਹਿੰਦੇ ਸਿੱਖੋ ਗੁਰੂ ਦੇ ਬਚਨ ਬੜੇ ਬੇਅੰਤ ਹਨ, ਜੋ ਸਾਡੇ ਕੋਲ ਬਾਣੀ ਰੂਪ 'ਚ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਯਾਤਰਾ ਆਰੰਭ ਕੀਤੀ, ਉੱਥੋਂ ਹੀ ਬਾਣੀ ਲਿਖਣੀ ਵੀ ਸ਼ੁਰੂ ਕਰ ਲਈ। ਜਿਸ ਤਰ੍ਹਾਂ ਮੱਕੇ ਨੂੰ ਜਾਂਦੇ ਹੋਏ ਭਾਈ ਸਾਹਿਬ ਜੀ ਲਿਖਦੇ ਹਨ, ਪੂਜਾ ਹੱਥ ਕਿਤਾਬ ਕੱਛ। ਕੱਛ ਭਾਵ ਜਿਵੇਂ ਝੋਲਾ ਮੋਢੇ ਟੰਗਿਆ ਹੁੰਦਾ। ਕੋਈ ਕਿਤਾਬ ਸਤਿਗੁਰਾਂ ਦੇ ਕੋਲ ਹੈ, ਕਿਉਂਕਿ ਸਤਿਗੁਰ ਖੁਦ ਵੀ ਕਹਿੰਦੇ ਹੈ ਜੋ ਉਚਾਰੀਏ ਉਹਨੂੰ ਲਿਖ ਲਈਏ ਤਾਂ ਭੁੱਲਦਾ ਨਹੀਂ ਬੰਦਾ। ਲਿਖੈ ਬਾਝੋ ਸੁਰਤ ਨਾਹੀ, ਬੋਲ ਬੋਲ ਗਵਾਈ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਬਾਣੀ ਸਾਰੀ ਨੋਟ ਕੀਤੀ ਹੈ ਉਸ ਵੇਲੇ, ਤੇ ਉਹ ਬਾਣੀ ਅੱਗੇ ਤੋਂ ਅੱਗੇ ਫਿਰ ਗੁਰੂਆਂ ਕੋਲ ਪਹੁੰਚਦੀ ਰਹੀ। ਉਹਨਾਂ ਨੇ ਉਹ ਸਾਰੀ ਬਾਣੀ ਗੁਰੂ ਅੰਗਦ ਦੇਵ ਜੀ ਨੂੰ ਦੇਣੀ ਕੀਤੀ। ਜੋ ਗੁਰੂ ਅੰਗਦ ਦੇਵ ਜੀ ਨੇ ਉਚਾਰਨ ਕੀਤੀ ਤੇ ਸਮੇਤ ਗੁਰੂ ਨਾਨਕ ਜੀ ਦੀ ਬਾਣੀ ਸਾਰੀ ਗੁਰਮੁਖੀ ਅੱਖਰਾਂ ਵਿੱਚ ਕਰਕੇ ਅੱਗੇ ਤੀਜੇ ਪਾਤਸ਼ਾਹ ਨੂੰ ਦੇਤੀ, ਤੀਜੇ ਨੇ ਚੌਥੇ ਨੂੰ ਦੇਤੀ। ਜੋ ਬਾਣੀ ਸੰਪੂਰਨ ਉਹਨਾਂ ਕੋਲ ਹੋਈ, ਚੌਥੇ ਪਾਤਸ਼ਾਹ ਜੀ ਨੇ ਜੋ ਆਪਣੇ ਬਚਨ ਸਨ ਉਹ ਪੋਥੀਆਂ ਵਿੱਚ ਲਿਖ ਦਿੱਤੇ, ਔਰ ਉਹ ਸਾਰੀ ਬਾਣੀ ਪੰਜਵੇਂ ਪਾਤਸ਼ਾਹ ਜੀ ਕੋਲ ਆ ਗਈ। ਤੇ ਜਿਸ ਵੇਲੇ ਪੰਜਵੇਂ ਪਾਤਸ਼ਾਹ ਜੀ ਇਹ ਸਾਰੀ ਬਾਣੀ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਦੇ ਰੂਪ 'ਚ ਲੈ ਕੇ ਆਉਂਦੇ ਆ, ਤੇ ਸ਼੍ਰੀ ਹਰਿਮੰਦਰ ਸਾਹਿਬ ਆ ਕੇ ਇੱਕ ਪੋਥੀ ਦਾ ਸ਼ਾਮਾਂ ਨੂੰ ਪ੍ਰਕਾਸ਼ ਕਰਕੇ ਦਰਸ਼ਨ ਕਰਦੇ ਆ। ਸ਼ਬਦਾਂ ਦੇ, ਗੁਰਬਾਣੀ ਦੇ, ਤਾਂ ਫਿਰ ਕਹਿ ਉੱਠਦੇ ਨੇ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ। ਖਾਵੈ ਖਰਚੈ ਰਲ ਮਿਲ ਭਾਈ, ਟੋਟ ਨ ਆਵੈ ਵੱਧ ਦੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਹਨ, ਉਹ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੇ ਹੈ। ਗੁਰਬਾਣੀ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦੀ ਹੈ। ਗੁਰੂ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ। ਸੋ ਇਹ ਗੁਰਬਾਣੀ ਦਾ ਖਜ਼ਾਨਾ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ, ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਹਨ। ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤੇ ਜੇਵੜ ਅਵਰ ਨ ਕੋਏ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ। ਬਾਣੀ ਵਿਚਾਰੀਐ ਜੀਓ,
ਇਹ ਸਤਿਗੁਰੂ ਤੇਰੇ ਬਚਨ ਬੜੇ ਸੁੰਦਰ ਹਨ, ਸਾਡੇ ਜੀਵਨ ਦਾ ਸਹਾਰਾ ਹੈ, ਆਸਰਾ ਹੈ। ਸਾਧ ਸੰਗਤ ਜੀ, ਸਾਨੂੰ ਬਾਣੀ ਨੂੰ ਵਿਚਾਰਨਾ ਚਾਹੀਦਾ। ਸਿਮਰਤ ਸਾਸ ਗਿਰਾਸ ਪੂਰਨ ਵਿਸ਼ਵਾਸ। ਔਰ ਇਸ ਪਵਿੱਤਰ ਬਾਣੀ ਨੂੰ, ਪਰਮੇਸ਼ਰ ਦੇ ਨਾਮ ਨੂੰ ਸਵਾਸ ਸਵਾਸ ਸਿਮਰਨਾ ਚਾਹੀਦਾ, ਪੂਰਨ ਭਰੋਸੇ ਨਾਲ, ਪੂਰੇ ਵਿਸ਼ਵਾਸ ਨਾਲ। ਕਿਉਂ ਮਨੋਂ ਵਿਸਾਰੀਏ ਜੀਓ, ਐਸੇ ਖਜ਼ਾਨੇ ਨੂੰ ਅਸੀਂ ਕਿਉਂ ਵਿਸਾਰੀਏ, ਕਿਉਂ ਭੁਲਾਈਏ। ਕਿਉਂ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਅਤੋਲ। ਖਾਵੈ ਖਰਚੈ ਰਲ ਮਿਲ ਭਾਈ, ਤੋਟ ਨ ਆਵੈ ਵੱਧ ਲੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰੁਲਾਏ। ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਹਨ, ਉਹਨਾਂ ਨੂੰ ਸਤਿਗੁਰ ਨੇ ਆਪਣੇ ਖਜ਼ਾਨੇ ਦੇ ਸਾਂਝੀ ਬਾਲ ਬਣਾ ਲਿਆ, ਆਪਣੇ ਨਾਲ ਰਲਾ ਲਿਆ। ਤਾਂ ਤੇ ਆਓ ਸਿੱਖੋ, ਸਿੰਧੀ ਲੋਕਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਸਮਝਾਉਂਦੇ ਹੋਏ ਸਤਿਗੁਰੂ ਕਹਿੰਦੇ, ਆਓ ਇਸ ਬਾਣੀ ਨੂੰ ਹਿਰਦੇ ਵਿੱਚ ਵਸਾਈਏ। ਸਿਮਰਤ ਸਾਸ ਗਿਰਾਸ ਪੂਰਨ ਵਿਸ਼ਵਾਸ, ਕਿਉਂ ਮਨੋਂ ਵਿਸਾਰੀਏ ਜੀਓ। ਕਿਉਂ ਮਨੋਂ ਵਿਸਾਰੀਐ ਨਿਮਕ ਨਹੀਂ ਤਾਰੀਐ। ਗੁਣਵੰਤ ਪ੍ਰਾਣ ਹਮਾਰੇ, ਇਹ ਗੁਣਾਂ ਦਾ ਖਜ਼ਾਨਾ, ਗੁਣਵੰਤ ਗੁਣਾਂ ਦਾ ਖਜ਼ਾਨਾ। ਕੌਣ? ਪਰਮੇਸ਼ਰ। ਤੇ ਪਰਮੇਸ਼ਰ ਦਾ ਹੀ ਦੂਸਰਾ ਰੂਪ ਹੈ ਇਹ ਬਾਣੀ, ਜੋ ਅਨੇਕਾਂ ਗੁਣਾਂ ਨਾਲ ਭਰੀ ਹੋਈ ਹੈ। ਸਾਡਾ ਜੀਵ ਦਾ, ਸਿੱਖਾਂ ਦਾ, ਮਨੁੱਖਤਾ ਦਾ ਮਾਰਗ ਦਰਸ਼ਨ ਕਰਨ ਵਾਲੀ, ਆਲ ਵਰਲਡ ਦਾ ਮਾਰਗ ਦਰਸ਼ਨ ਕਰਨ ਵਾਲੀ ਪਵਿੱਤਰ ਬਾਣੀ। ਆਓ ਇਸ ਨੂੰ ਕਦੇ ਵੀ ਹਿਰਦੇ ਵਿੱਚੋਂ ਨਾ ਕੱਢੀਏ, ਨਾ ਵਿਸਾਰੀਏ, ਨਿਮਖ ਨਹੀਂ ਟਾਰੀਏ। ਗੁਣਵੰਤ ਪ੍ਰਾਣ ਹਮਾਰੇ, ਇੱਕ ਨਿਮਖ ਵੀ ਇਸ ਨੂੰ ਹਿਰਦੇ ਤੋਂ ਪਾਸੇ ਨਾ ਕਰੀਏ। ਮਹਾਰਾਜ, ਇਹਦਾ ਕੀ ਫਾਇਦਾ ਹੋਵੇਗਾ? ਸਿੰਧੀ ਲੋਕ ਪੁੱਛਦੇ ਆ, ਜੇ ਅਸੀਂ ਸਵਾਸ ਸਵਾਸ ਪਰਮੇਸ਼ਰ ਨੂੰ ਯਾਦ ਰੱਖੀਏ ਤਾਂ ਫਿਰ ਕੀ ਹੋਵੇਗਾ? ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਇਹ ਬਾਣੀ ਹੀ ਕਲਪ ਬਿਰਸ਼ ਹੈ, ਇਹ ਬਾਣੀ ਹੀ ਕਾਮ ਧੇਨ ਗਊ ਹੈ। ਹਿੰਦੂ ਮਤ ਵਿੱਚ ਇਹ ਗੱਲ ਮੰਨੀ ਗਈ ਆ ਕਿ ਜਿਹੜਾ ਕਲਪ ਬਿਰਸ਼ ਹੈ, ਉਸ ਤੋਂ ਜੋ ਮੰਗੇ ਉਹ ਹੀ ਮਿਲਦਾ। ਔਰ ਜਿਹੜੀ ਕਾਮ ਧੇਨ ਗਊ ਹੈ, ਉਸ ਤੋਂ ਵੀ ਜੋ ਮੰਗੇ ਉਹ ਹੀ ਮਿਲਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨ। ਐਸੇ ਮਾਲਕ ਨੂੰ ਸਿਮਰੀਏ ਤਾਂ ਸਾਰੇ ਸੁੱਖਾਂ ਦਾ ਖਜ਼ਾਨਾ ਪਰਮੇਸ਼ਰ ਜਿਹੜਾ ਹੈ ਉਹ ਸਾਨੂੰ ਪ੍ਰਾਪਤ ਹੋ ਜਾਂਦਾ। ਇੱਥੇ ਵੀ ਇਹੀ ਗੱਲ ਕਹਿੰਦੇ ਹਨ ਸਤਿਗੁਰੂ, ਮਨ ਬਾਛਤ ਫਲ ਦੇਤ ਹੈ ਸੁਆਮੀ। ਸੁਆਮੀ ਉਹ ਮਾਲਕ ਫਿਰ ਜੀਵ ਨੂੰ ਮੂੰਹ ਮੰਗੀ ਵਸਤੂ ਦਿੰਦਾ ਹੈ। ਮਨ ਬਾਛਤ ਭਾਵ ਤੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਮਨ ਬਾਛਤ ਫਲ ਦੇਤ ਹੈ ਸੁਆਮੀ, ਜੀ ਕੀ ਬਿਰਥਾ ਸਾਰੇ। ਹਰੇਕ ਜੀਵ ਦੀ ਬਿਰਥਾ ਭਾਵ ਬੇਨਤੀ, ਚਾਹੇ ਉਹ ਦੁੱਖਾਂ ਦੀ ਭਰੀ ਬੇਨਤੀ ਹੈ ਤੇ ਸੁੱਖਾਂ ਦਾ ਸ਼ੁਕਰੀਆ ਹੈ। ਮਨ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜੋ ਵੀ ਸਾਡੇ ਮਨ ਦੀ ਹਾਲਤ ਹੈ ਉਹਨੂੰ ਗੁਰੂ ਦੇ ਸਾਹਮਣੇ ਬਿਆਨ ਕਰ, ਕਿਉਂਕਿ ਮਨ ਕੀ ਜੀ ਕੀ ਬਿਰਥਾ ਸਾਰੇ, ਉਹ ਜੀਵ ਦੀ ਹਰ ਅਰਦਾਸ ਨੂੰ ਸੁਣਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਬਚਨਾਂ ਵਿੱਚ ਕਹਿੰਦੇ ਹਨ,
ਕੁੰਚਰ ਕੀ ਚੰਗਾਰ ਪਾਛੈ। ਹਾਥੀ ਦੀ ਚੀਕ ਕਿੱਡੀ ਉੱਚੀ ਹੁੰਦੀ ਆ ਅਤੇ ਕੀੜੀ ਦੀ ਆਵਾਜ਼ ਕਿੰਨੀ ਕੁ ਹੋਊਗੀ ਆਪਾਂ ਨੇ ਕਦੇ ਸੁਣੀ ਨਹੀਂ, ਕਿੰਨੀ ਬਰੀਕ ਹੋਣੀ ਆ। ਕੀੜੀ ਵੀ ਆਵਾਜ਼ ਕਰਦੀ ਆ, ਕੀੜੀਆਂ ਦੀ ਆਵਾਜ਼ ਕੀੜੀ ਨੂੰ ਸੁਣਦੀ ਆ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਗੱਲ ਸਮਝ ਲਓ, ਕੁੰਚਰ ਕੀ ਚੰਗਾਰ ਪਾਛੈ, ਚੀਂਟੀ ਕੀ ਪੁਕਾਰ ਪਹਿਲੇ ਸੁਣੀਅਤ ਹੈ। ਪਰਮੇਸ਼ਰ ਕੀੜੀ ਦੀ ਪੁਕਾਰ ਪਹਿਲਾਂ ਸੁਣਦਾ, ਹਜੇ ਹਾਥੀ ਦੀ ਫੇਰ ਸੁਣਦੀ ਆ। ਕਹੋ ਸਤਿਨਾਮ ਸ਼੍ਰੀ ਪਰਮੇਸ਼ਰ ਨੂੰ, ਕਿਉਂਕਿ ਉਹ ਗਰੀਬ ਨਵਾਜ ਹੋਇਆ। ਕੀੜੀ ਤੋਂ ਭਾਵ ਗਰੀਬ, ਨਿਮਰਤਾ ਵਾਲਾ। ਉਹ ਆਪਣੇ ਨਿਮਰਤਾ ਵਾਲੇ ਪ੍ਰੇਮੀਆਂ ਦੀ, ਗਰੀਬਾਂ ਦੀ ਆਵਾਜ਼ ਪਹਿਲਾਂ ਸੁਣਦਾ ਹੈ, ਹਾਥੀ ਵਰਗੇ ਹੰਕਾਰੀਆਂ ਦੀ ਆਵਾਜ਼ ਪਿੱਛੋਂ ਸੁਣਦਾ। ਕਹੋ ਸਤਿਨਾਮ ਸੀ। 10ਵੇਂ ਪਾਤਸ਼ਾਹ ਦਾ ਬਚਨ ਹੈ, ਕੁੰਚਰ ਕੀ ਚੰਗਾਰ ਪਾਛੈ, ਹਾਥੀ ਦੀ ਚੰਗਿਆੜ ਪਿੱਛੋਂ ਸੁਣੀ ਜਾਂਦੀ ਹੈ। ਚੀਂਟੀ ਕੀ ਪੁਕਾਰ ਪਹਿਲੇ ਸੁਣੀਅਤ ਹੈ, ਕੀੜੀ ਦੀ ਗੱਲ ਪਹਿਲਾਂ ਸੁਣਦਾ, ਉਹਦੀ ਪੁਕਾਰ ਬੇਨਤੀ ਪਹਿਲਾਂ ਸੁਣਦਾ। ਤਾਂ ਤੇ ਮਨ ਬਾਛਿਤ ਫਲ ਦੇਤ ਸੁਆਮੀ, ਮਨ ਬਾਛਿਤ ਫਲ ਦੇਤ ਹੈ ਸੁਆਮੀ, ਜੀ ਕੀ ਬਿਰਥਾ ਸਾਰੇ। ਆਪਣੇ ਜੀਵਾਂ ਦੀ ਬਿਰਥਾ ਸੁਣਦਾ ਹੈ। ਅਨਾਥ ਕੇ ਨਾਥੇ ਸਰਬ ਕੇ ਸਾਥੇ, ਉਹ ਅਨਾਥਾਂ ਦਾ ਨਾਥ, ਸਭ ਦੇ ਨਾਲ ਰਹਿਣ ਵਾਲਾ। ਜਿਸ ਤਰ੍ਹਾਂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ, ਘਟ ਘਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਸਾਰਿਆਂ ਦੇ ਹਿਰਦੇ ਵਿੱਚ ਉਸ ਦਾ ਵਾਸਾ ਹੈ। ਪਰਮੇਸ਼ਰ ਦੇ ਪਿਆਰਿਆਂ ਨੇ ਇਉਂ ਦੱਸਣਾ ਕੀਤਾ। ਔਰ ਇਸੇ ਤਰ੍ਹਾਂ ਹੀ ਭਗਤ ਧੰਨਾ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ, ਜਨਮ ਦਿਹਾੜਾ ਹੈ, ਜਿਨ੍ਹਾਂ ਨੇ ਸੰਨ 1400 ਦੇ ਆਸੇ ਪਾਸੇ ਹੀ ਮਾਤ ਲੋਕ ਵਿੱਚ ਧੂਆਂ ਕਲਾ, ਧੂਆਨ ਪਿੰਡ ਹੈ ਰਾਜਸਥਾਨ ਬਾਗੜ ਦਾ, ਜਿੱਥੋਂ ਦੇ ਲੋਕ ਧੰਨੇ ਨੂੰ ਧੰਨਾ ਜਾਟ ਕਹਿੰਦੇ ਆ। ਸਾਡੀ ਗੁਰਮੁਖੀ ਵਿੱਚ ਧੰਨਾ ਜੱਟ ਕਹਿ ਦਿੰਦੇ ਆਪਾਂ। ਤਾਂ ਉਹਨਾਂ ਨੇ ਵੀ ਜਿਸ ਵੇਲੇ ਉਸ ਪਰਿਪੂਰਨ ਪਰਮੇਸ਼ਰ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ, ਇਤਿਹਾਸ ਦੱਸਦਾ ਹੈ ਕਿ ਜਿਸ ਵੇਲੇ ਭਰਾਵਾਂ ਨੂੰ ਅੱਡ ਕੀਤਾ ਗਿਆ ਨਾ, ਜਦੋਂ ਪਿਤਾ ਦੀ ਸੰਪਤੀ ਵੰਡੀ ਗਈ, ਭਾਈ ਧੰਨਾ ਜੀ ਕਹਿੰਦੇ ਭੋਲੇ ਭਾਲੇ ਸਨ, ਔਰ ਭਰਾਵਾਂ ਨੇ ਇਸ ਨੂੰ ਉਹ ਜਗ੍ਹਾ ਦੇ ਦਿੱਤੀ ਜੋ ਬੰਜਰ ਸੀ। ਔਰ ਭੋਲਾ ਜਾਣ ਕੇ ਇਸ ਦੀ ਬਹੁਤੀ ਮਦਦ ਨਾ ਕੀਤੀ। ਫਿਰ ਜਿਸ ਅੱਗੇ ਜੋੜ ਨਾ ਚੱਲੀ, ਜਾਂ ਦੁਨੀਆ ਮਦਦ ਨਾ ਕਰੇ ਤੇ ਪਰਮੇਸ਼ਰ ਅੱਗੇ ਅਰਦਾਸ ਚੱਲਦੀ ਆ। ਜਿਸ ਵੇਲੇ ਗੁਰੂ ਪਿਆਰਿਓ ਭਾਈ ਧੰਨਾ ਜੀ ਨੇ ਫਿਰ ਪਰਮੇਸ਼ਰ ਅੱਗੇ ਜੋੜੜੀਆਂ ਬੇਨਤੀਆਂ ਕੀਤੀਆਂ, ਖੇਤ ਜਾਂਦਾ ਹੈ, ਮੁੜ ਆਉਂਦਾ, ਬੜੇ ਮੇ ਝਾੜ ਬੂਟ ਹੈ, ਮਲੇ ਹੈ, ਕਿੱਕਰਾਂ ਹਨ, ਅੱਕ ਹਨ। ਇਹਨਾਂ ਦੇ ਕੋਲੋਂ ਸਫਾਈ ਨਹੀਂ ਹੋ ਰਹੀ, ਸਾਫ ਨਹੀਂ ਹੋ ਰਹੀ ਉਹ ਜਗ੍ਹਾ, ਮਿੱਟੀ ਜ਼ਮੀਨ। ਤੇ ਕਹਿੰਦੇ ਹੈ ਲੋੜ ਕਾਢ ਦੀ ਮਾਂ, ਜਦੋਂ ਲੋੜ ਪੈਂਦੀ ਹੈ ਕੋਈ ਕਾਢ ਨਿਕਲਦੀ ਹੈ। ਬਾਗੜ ਦੇ ਵਿੱਚ ਲੋਕ ਗਊਆਂ ਜ਼ਿਆਦਾ ਪਾਲਦੇ ਆ, ਕਿਉਂਕਿ ਖੁੱਲ੍ਹੀਆਂ ਚਰਾਂਦਾਂ ਹੁੰਦੀਆਂ, ਉਹਨਾਂ ਦਾ ਫਿਰ ਦੁੱਧ ਵੇਚ ਕੇ ਸਮਾਂ ਲੰਘਾ ਲੈਂਦੇ ਆ। ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਇੱਕ ਪੰਡਤ ਹੈ, ਉਹ ਮੰਦਰ ਦੇ ਵਿੱਚ ਪੂਜਾ ਕਰਦਾ ਠਾਕਰਾਂ ਦੀ, ਅਤੇ ਭਗਤ ਜੀ ਉੱਧਰ ਗਊਆਂ ਚਾਰਨ ਜਾਂਦੇ। ਧੰਨਾ ਗਊ ਚਰਾਵਣ ਆਵੈ। ਤਾਂ ਕੋਈ ਅਨੋਖੀ ਗੱਲ ਨੂੰ ਦੇਖ ਕੇ ਬੰਦੇ ਦੇ ਮਨ 'ਚ ਪ੍ਰਸ਼ਨ ਪੈਦਾ ਹੋ ਜਾਂਦਾ ਹੈ। ਧੰਨੇ ਦੇ ਮਨ 'ਚ ਵੀ ਸਵਾਲ ਪੈਦਾ ਹੋ ਗਿਆ। ਪੰਡਤ ਨੂੰ ਪੁੱਛਦੇ ਆ, ਪੰਡਿਤ ਜੀ ਇਹਨੂੰ ਕਿਉਂ ਰੋਜ਼ ਧੋਣੇ ਹੋ ਪੱਥਰ? ਪੰਡਤ ਕਹਿੰਦਾ ਪੱਥਰ ਨਹੀਂ, ਹੈ ਠਾਕੁਰ ਹੈ। ਠਾਕੁਰ ਉਧਰ ਠਾਕੁਰ ਮਾਲਕ ਨੂੰ ਕਹਿੰਦੇ ਆ, ਅਸੀਂ ਮਾਲਕ ਕਹਿੰਦੇ ਆ, ਉਹ ਠਾਕੁਰ ਕਹਿੰਦੇ ਆ।
ठाकुर मालिक कौन सा मालिक? ये मालिक परमेश्वर है। अच्छा अच्छा। धन्ना कहना फिर तो काम करता कोई? कहना सारे काम करता। अच्छा, लोड़ काढ़ दी माँ है। धन्ना कहना यार फिर जे तेन चंगा लगता एक मैनू भी दे दे, मैं भी यार काम करा लूँगा, मेरे भी काम अड़े हुए हैं, मैथों कल्ले तो खेतीबाड़ी नहीं होंगी, भरावां ने अड्ड करता। हुण पंत ने जब वेखिया भी बंदा लोड़वंद है तो फिर इन्हां लोकां ने आम जनता की लोड़ नूं मुख रख के उन्होंने मिसयूज किया, लुटिया। भावें कि परमेश्वर ने धन्ने ते कृपा करती, पर पंडित ने सोचा भी भोला भाला है, उन्हें भी लुटन का ही काम किया। इनू कहना जिहड़ी तेरी गां दुध वाली, सने बच्चे ते सने दोहड़ा चोण वाला, ये मैनू दे दी, मैं तेनू दे दूँ ठाकर। धन्ने ने सोचा सस्ता ही है काम, तो नाल काम करन नूं बंदा मिलूगा एक आपां नूं। कहते ठाकर तो फिर बहुत काम करता, तो बंदा ही बहुत काम करता होंगे। जिवें भाई दया सिंह ने कहा महाराज तो एक सिर दे के अमृत लिया, तुसीं की दोगे? कहते मेरा भी हाजिर है। कहते गुरु भी एको ही देवे, सिख भी एक देवे। पातशाह कहते मैं तो सारे ला दूँगा, तुसीं मैनूं गोबिंद राय तो गोबिंद सिंह बनाओ। भाव परमेश्वर का कोई मुल नहीं है। धन्ने ने भी यही सोचा भी कुछ सस्ता ही है सौदा, तो यार कोई गल नहीं। पंडित ने वो तो गां लै ली, एक सूई हुई दुध दिंदी, सने बच्चा सने गां सने दोहड़ा। वो टोकनी में आउंदे इदां कच्छ लैके टोकनी दूँ, वो भी नाल देती तो घरे लै गया ठाकर नूं। पंडित ने एक लपेट के पत्थर जा गोल मोल जा फड़ाता कपड़े में। धन्ना कहना यार सेवा किवें करनी है, मैनूं तां करनी नहीं आउंदी। कहते तू ऐ करी, इनू नवा धवा के चौकी ते रख के ना ये मूहरे पहला भोग लवाई प्रशादियां का, फिर जिहड़ा मर्जी काम करा ली। कहन लगा ठीक है। हुण कहते धन्ने ने घरे जाके उवें कीता, कोई लक्कड़ की चौकी लई, उहदे उत्ते धो के रख दिता समार के। फिर घर वाले नूं कहना प्रशादा बना, उन्हें रोटी बनाई, थाल ला के मूहरे रखता। कहना मारे भोग लाओ, जिवें नामदेव कृष्ण की मूर्ति को जाके दुध पीओ गोबिंदा राय, दूध पीओ गोबिंदे राय। हुण उत्थे मूर्ति दुध तो पींदी नहीं, पर भगत जी की प्रेमा भगती वेख के भोलापन देख के परमेश्वर नूं खुद उत्थे आउणा पिया दुध पीण वास्ते। कोई सतनाम सी। धन्ना भी उस तरह ही भोले भाए मिले रघुराया वाली गल बाणी विच है। ला के थाली मूहरे सरों का साग, चटनी और बाजरे दीयां रोटियां, लस्सी का गिलास धरता मूहरे, कहने भोग लाओ जी। हुण पत्थर की भोग लावे, काफ़ी समा बैठा रहा। कहता की गल है, पंडित कोले खीर खूर मिलती होनी है, मेरे को खीर तो है नहीं मित्रा, आही कुछ है। पातशाह का एक वचन है बड़ा सुंदर, जे तू किसे ना देही मेरे सहबा क्या को कढ़े गए ना। जे तू मनुख नूं देवेगा तो फिर ही मनुख जिहड़ा है तेरा हिस्सा कढ़ूगा ना, जो देवेगा वही कढ़ूगा ना। तू आही दिता, यही तेरे सामने आ, भोग ला। हुण ठाकर ने कोई भोग ना लाया चौकी तो उठ के। धन्ना कहना भी गल सुन ला, जे तू नहीं खांदा तो मैं भी नहीं खांदा, आपां भी बैठे हैं। फिर कहो सतनाम श्री। जे तू नहीं खांदा तो मैं भी नहीं खांदा। हुण इत्थे हो गई भगती शुरू, कहो सतनाम, तपस्या शुरू हो गई। परमेश्वर का ध्यान धरिया होया जो रंग रूप तो रहत है। कहना जे तू नहीं खांदा तो मैं भी नहीं खांदा, आपां भी बैठे हैं। 3 दिन बैठा रहा धन्ना। उस दिन 3 दिन चौकी कोले बैठा रहा, थाली मूहरे पई आ, पौने नाल ढकी हुई गिलास लस्सी का पिया, उठिया नहीं गा। कहता ना मैं जावां ना मैं खावां, जब तू भोग लाएगा फिर मैं खाऊँगा। मैनू हुक्म होया पंडित कि भोग लवा के फिर खानी है, पर उन्होंने की पता सी मूहरे रख के चक लेनी है। वो तो कहना कि खाऊगा ही। कहो सतनाम सी। भोले भाए मिले रघुराया। तीजे दिन कहने परमेश्वर प्रगट हो गया। फिर कहो सतनाम सी।
जिस तरह गुरु नानक जी तीजे दिन बेंच चों प्रगट होए, उस तरह इधर धन्ने दे कोल तीजे दिन परमेश्वर प्रगट हो गए। जो हथ जे कहते उत्थे पहला प्रगट होए भी रोटी खा लेने चल इहदी इच्छा पूरी हो जूगी। कहते धन्ना भोला भाला सी, जट सुभाਅ सी, कोले रस्सा पिया सी, पर के हथ बनते। कहना सारा सामने आ जा, कली रोटी खा के भजना नहीं हैगा। कोई सतनाम सी, दर्शन दे पूरे मैनू सामने। मेरी बांधी भगत छड़ावै, बांधे भगत न छूटै मोहे। एक समय मोको गए बांधे, तौफन मोह पै जवाब न होए। भगतां दा बन्निया किवें भज ले। हुण प्रगट हो गया, प्रशादा छक लिया धन्ने कोलों। तो फिर परमेश्वर का सुभाਅ है, सेवा तो बाद पुछदा बोल की चाहिदा। कोई सतनाम सी, क्योंकि देना उसने सानू, आपे सेवा लाई है, आपे बख्श करे। प्रशादा छक के कहना बोल की चाहिदा। कहना चाहिदा की आ, खेत चलते हैं, मेरा खेत बहुत खराब है, सैट करा दे। कोई सतनाम सी, मैथों कल्ले तो कुछ नहीं होता। कहने चल, खेत गए। एक खूह सीगा पानी कढ़न वास्ते खेत च, ਉਹਦੇ ਨਾਲ ਬਲਦ जोड़े, गांधी जोड़ी। कहने आ देख ला मैनू खेत मिलिया, ये झाड़ बूट है, मलियां किकरां बेरियां आदि आदि वाधू है, इनू बहुण योग बना दे। कहने ठीक है बना दिंदे, गल ही कोई नहीं। और पहले आप पानी ला के गिल्ली कर लीए धरती, पटनी सौखी हो जाए। कहने ठीक है। धन्ने ने कहते बल्द जोड़ के गांधी नाल ते चालू करती गांधी। तो ठाकर नूं कहना भी लै तू बस बल्द हक्की जाई, ये चो पानी निकलूगा तो मैं अगरों बट्टा बुट्टा पा के तो पानी रोक के सारे पासे चढ़ा दूँगा। कहते ठीक है। कहते परमेश्वर नूं छड्ड गया बल्द हक्कण वास्ते, आप कही चक ली। खूह का पानी निकल लगे आ, ये उच्चे नीवें थां सैट करके छड्डण लगे आ, वट करन लगे आ। करदा करदा थोड़ी दूर चलिया गया तो की वेखदा है कि पानी एकदम बहुत तेज आ गया, जिवें हड़ आ गया होवे। कोई सतनाम सी। धन्ने ने सोचा कि ठाकर ने बल्द वाले भजा दे, खूह तेज हो गया तो इस करके ज़्यादा आ गया पानी। वो कहता ठाकरा हौली हौली हौली, जब कोले आया तो की वेखदा है बल्द तो खड़े है, खूह गिलास वांगू उल्टी जाता है, जिवें गिलास उल्टा दिए ना। परमेश्वर तो कुछ भी कर सकता। कहते खूह का पानी आपे ही उछल रहा खूह के विचों, तो सारी रौनी हो गई, सारा खेत वह पानी नाल गिला हो गया। बस कुछ दिनों में ही परमेश्वर ने सारी फसल वो जिहड़ी सी वधिया बीजन वाली धरती बनाती, विचों अग उग सारे पटाते उहदे नाल। कट्ठे आउंदे आ, कट्ठे जांदे आ। कई दिन भगत धन्ने कोल रहा। हुण इत्थे जिहड़ा दूसरा रूप है धन्ने दे नाल रहिंदा है, वो धन्ने दी आत्मा दे विच ही वो पावर है। आत्मा ही परमात्मा है असल विच। जदों किसी भगत ने याद किया ना, उहदा रूप धार के ही आया। कोई सतनाम सी। जदों भी किसी परमेश्वर ने भगत ने परमेश्वर नूं याद किया ना, धन्ने नूं धन्ने वर्गा बन के मिले। जय देव को रमिया। जयदेव पंडित ने गोबिंद गीत कथा लिखी परमेश्वर की, जब उन्होंने भी दर्शन दिते तो जयदेव वर्गा ही बन के आया सी उहदे घर विच। ते पंडिताणी नूं पता नहीं लग्या भी रब आ गया कि मेरा जयदेव है। परमेश्वर जयदेव नूं हंकार हो गया कि मैं ग्रंथ लिखता गोबिंद गीत। तो जदों ही हंकार हो गया, उत्थे ही शब्द लिखने बंद हो गए, औड़ने बंद हो गए। हंकार दे विच कुछ नहीं आउंदा, ना कथा होवे ना बाणी चले। हरजू हंकार ना भावी बेदकूक सुनावे। जिस वेले शब्द बंद हो गए तो उत्थे ग्रंथ रखता। कई दिन फिर सोचता रहा बई मैं की लिखा, शब्द याद नहीं आ रहे। तो मंदिर वाले संगतां नूं कहता कि आपां एक ग्रंथ लिखिया गोबिंद गीत, सोनू पूर्णमासी ते विखावांगे। उधरों पूर्णमासी नेड़े आई जाती, उधरों शब्द नहीं आउंदा। तो पूर्णमासी तो एक अद्धा दिन पहला चक्किया ग्रंथ बह गया। उधरों कल नूं पूर्णमासी है।
मैं की विखाऊँगा। घर वाली कहनी भलिया मानसा नहा धो तो लै, पहला नितनेम कर ला, गंगा ते जाया, तड़के ग्रंथ चक के बह गया। वो बूझे जे मन नाल ग्रंथ रखे अलमारी च, नहाउण चलिया गया। थोड़े चिर बाद जयदेव के घरे, जयदेव दे वर्गा ही आया। पंडताणी ने सोचा मेरा घर वाला मुड़िया आ। वो कहती की गल तुसीं मुड़े आए? कहना मेरे शब्द याद आ गया सी, मैं कहा चल लिखी जावां। कहो सतनाम, मैनूं पोथी फड़ा चल। वो बीबी ने पोथी फड़ाती। उन्होंने थले सुनहरी अखरां विचों गोबिंद ग्रंथ गीत जिहड़ा ग्रंथ सीगा उहदी समाप्ति रहिंदी सी, पर समाप्ति करती उन्हें पूरा करता हो। फिर वो रोटी बना रही सी, कहंदा ले तो रोटी भी खा लीए। वो रोटी भी खा ली। रोटी खा के कहना चल मैं आराम कर ला, माड़ा बैठ के ते बैठ के बीती टप गया। इन्नी असली जयदेव आया नहा के नहर तो, गंगा तो। वो कहनी वो रोटी खाई जाए बीबी। ये मगरों रोटी खाती सी बीबी अपने घर वाले तो। पहला सुभाव से ऐसा बीबियां का, ये सत्कार से। वो रोटी खाई जाए तो पंडित कहना मैं तो नितनेम भुलिया सी, तू भी भुल गई, मैथों पहले प्रशादा खाई जानी है। वो कहती तुसीं खा तो लिया। वो कहना मैं कदों खा लिया, मैं तो नहा के होना आ। कहनी फिर वो कौन सी जिहड़ा मैथों रोटी खा गया नाले तेरा ग्रंथ पूरा कर गया? कहना कौन सीगा? मैं सोचा भी तू है, तेरे वर्गा ही सीगा। उन्हें भज के जाके ग्रंथ चक के देखिया, ग्रंथ पूरा किया पिया। बस जयदेव ने उत्थों बराग छुट गया। गुरु प्यारे भज लिया। फिर गोबिंद गोबिंद काटा कहते जिवें खेतों में चढ़ गया, बाणी पै गया, लभदा फिरदा गोबिंद गोबिंद करदा। क्योंकि बैठ के देखिया उत्थे भी ना मिलिया। वो तो बस काम कर नहीं आया सी भगत का, वह हंकार हो गया सी, तोड़ नहीं आया सी। हरजू हंकार न भावे। अखीर भजदा भजदा डिग पिया तो उत्थे परमेश्वर प्रगट हो गया। आपां शब्द पढ़िया सी, सुहंदड़ो हब ठाए, वो तो हर थां ते ही रहिंदा है। जिथे मर्जी बैठ के याद कर लो उत्थे प्रगट हो जाता। फिर वो मूँह च पानी पूनी पाया, होश विच लिआंदा। जयदेव कहना महाराज तुसीं घरे भी आए, प्रशादा भी छकिया, मैनूं क्यों नहीं दर्शन दिता? कहे तैनूं हंकार हो गया सी, तेरा हंकार ही कढ़ना सीगा। मैनूं हंकार चंगा नहीं लगता भगतां दे विच, क्योंकि यह हंकार भगत नूं मैथों दूर लै जांदा है। कहो सतनाम सी। मैं नहीं चाहुंदा सिख मेरा मैथों दूर जावे, भगत दूर जावे। नाल जिहड़ा तू गोबिंद गीत ग्रंथ लिखिया ना, वो तो पहले लिखिया पिया। आ तैनूं दिखावां, जिहड़े दरख्त ते डिग्गिया पिया सीगा उस दरख्त के पत्तियां उत्ते लिखिया विखाता। भाव परमेश्वर ने सब कुछ बना के रखिया होया, साडे राही तो प्रगट करदा। अर्जन दे राही कुरुक्षेत्र का जंग होया, कृष्ण कहना मारे तो सारे मैं ही हाँ, यदा दोष मेरे सिर ते आऊगा, तैनूं कोई दोष नहीं लगना। कोई सतनाम सी। गुरु गोबिंद सिंह जी ने ਸਿੰਘਾਂ ਦੇ ਕੋਲੋਂ मुगलों का खात्मा करवाया, पर शक्ति गुरु गोबिंद सिंह जी लगी है। कहो सतनाम सी। नहीं तो फिर लखां की गिनती नाल 40 ਸਿੰਘਾਂ का लड़ना कोई छोटी जी गल नहीं, बहुत वड्डी गल है। कहो सतनाम सी। भाव गुरु साहब ਜਾਂ परमेश्वर गुप्त वरतदे है, वडियाई सिख नूं दिंदे है। हर जो अपनी सतगुर नूं अपनी वडियाई भावदी, गुरसिखां की जयकार कर। कहो सतनाम सी। तो धन्ने भगत का भी काम इस तरह ही किया। धन्ने दे नाल दूसरा स्वरूप उहदी आत्मा ही रब वांगू रहन लगी। इन्नी ताकत धन्ने विच भर दित्ती कि धन्ने का सारा कारज हो गया। एक दिन पंडित पुछदा, वैसे तो मजाक नाल पुछदा ना, गां भी लै गया धोखे नाल तो दुध वाली, तो उन्होंने चक के पत्थर जा फड़ाता। पत्थर ने तो की काम करना सी, एक जरिया बन गया। परमेश्वर खुद प्रगट होया उत्थे और पुछदा एक दिन मजाक दे नाल, धन्निया किवें फिर ठाकर काम करदा कोई? धन्ना कहना सारे काम करदा होंदा, वो तो मेरा खेत जाता है, पानी लवाउंदा है, सारे घाह बूट पट्टे असी खेत विचों, खूह गेड़दा, कदे कदे गऊआं चारदा है, सारे काम करदा, कदे मोड़े लाउंदा है। पंडित हैरान हो गया भी ये मजाक करदा मेरे नाल कि सच्ची गल।
ਕਹਿੰਦੇ ਧੰਨੇ ਸੱਚੀ ਗੱਲ ਦੱਸਦਾ? ਕਹਿੰਦੇ ਬਿਲਕੁਲ ਸੱਚੀ ਆ। ਅੱਜ ਪੰਡਤ ਧੰਨੇ ਦੇ ਪੈਰੀ ਪੈਂਦਾ। ਫਿਰ ਕਹਿੰਦਾ ਯਾਰ ਜੇ ਤੈਨੂੰ ਦਰਸ਼ਨ ਹੋ ਗਏ ਮੈਨੂੰ ਵੀ ਕਰਵਾ ਦੇ। ਧੰਨਾ ਭੋਲਾ ਭਾਲਾ ਸੀ, ਕਹਿੰਦਾ ਆ ਜੀ ਖੇਤ ਮਿਲਾ ਦਿਆਂਗੇ। ਕਹੋ ਸਤਨਾਮ ਖੇਤ ਆ ਜੀ, ਉੱਥੇ ਕੰਮ ਕਰਾਂਗੇ ਅਸੀਂ। ਕਹਿੰਦੇ ਧੰਨਾ ਜਦ ਖੇਤ ਚਲਿਆ ਗਿਆ ਤੇ ਮਗਰੋਂ ਪੰਡਤ ਵੀ ਚਲਿਆ ਗਿਆ। ਕਹਿਣ ਲੱਗੇ ਧੰਨਿਆਂ ਦਰਸ਼ਨ ਕਰਵਾ ਦੇ। ਫਿਰ ਧੰਨਾ ਕਹਿੰਦਾ ਉਹ ਵੀ ਫਿਰਦਾ ਗਊਆਂ ਚਾਰਦਾ। ਪੰਡਤ ਕਹਿੰਦਾ ਮੈਨੂੰ ਦਿਸਦਾ ਨਹੀਂ ਗਾ, ਮੈਨੂੰ ਤਾਂ ਕੱਲੀਆਂ ਗਊਆਂ ਦਿਸਦੀਆਂ। ਕਹਿੰਦਾ ਕੱਲੀਆਂ ਗਊਆਂ ਨਹੀਂ ਮਗਰ ਫਿਰਦਾ ਉਹਨਾਂ ਦੇ। ਕਹਿੰਦਾ ਨਹੀਂ ਮੈਨੂੰ ਦਿਸਦਾ ਨਹੀਂ। ਧੰਨਾ ਕਹਿੰਦਾ ਪੰਡਤਾ ਯਾਰ ਤੂੰ ਤਾਂ ਕਹਿੰਦੇ ਠਾਕਰ ਬੜੇ ਕੰਮ ਕਰਦਾ, ਤੈਨੂੰ ਇੱਥੇ ਦਿਸਦਾ ਨਹੀਂ ਹੁਣ? ਕਹਿੰਦਾ ਨਹੀਂ ਯਾਰ ਮੈਂ ਤਾਂ ਝੂਠ ਬੋਲ ਕੇ ਤੇਥੋਂ ਗਾਂ ਲੈ ਗਿਆ। ਕਹੋ ਸਤਨਾਮ ਮੈਂ ਤੈਨੂੰ ਪੱਥਰ ਫੜਾਇਆ ਸੀ। ਇਹ ਤਾਂ ਤੇਰੀ ਪ੍ਰੇਮਾ ਭਗਤੀ ਨੇ ਰੱਬ ਨੂੰ ਪ੍ਰਗਟ ਕਰ ਲਿਆ। ਪਰ ਮੈਂ ਬੇਨਤੀ ਕਰਦਾ ਵੀ ਐਡਾ ਪਹਿਲਾਂ ਤਾਂ ਤੂੰ ਮੇਰਾ ਚੇਲਾ ਸੀ, ਮੈਂ ਗੁਰੂ ਸੀ, ਪਰ ਅੱਜ ਮੈਂ ਤੇਰੇ ਪੈਰੀ ਪੈਣਾ, ਤੇਰੇ ਠਾਕਰ ਦੇ ਮੈਨੂੰ ਦਰਸ਼ਨ ਕਰਵਾ ਦੇ ਇੱਕ ਵਾਰ। ਧੰਨਾ ਜਾ ਕੇ ਠਾਕਰ ਕੋਲੇ ਕਹਿੰਦਾ ਗਊਆਂ ਕੋਲੇ, ਕਹਿੰਦੇ ਮਾਲਕਾ ਉਹ ਠਾਕਰਾ। ਹਾਂ ਦੱਸ। ਉਹ ਪੰਡਤ ਆਇਆ ਜਿਹਨੇ ਮੈਨੂੰ ਤੇਰੇ ਨਾਲ ਮਿਲਾਇਆ। ਅੱਛਾ। ਕਹਿੰਦਾ ਮੈਨੂੰ ਦਰਸ਼ਨ ਨਹੀਂ ਹੁੰਦੇ, ਦਰਸ਼ਨ ਦੇ ਦੇ। ਕਹਿੰਦਾ ਉਹਨੂੰ ਨਹੀਂ ਦੇਣੇ, ਉਹ ਤਾਂ ਪਖੰਡੀ ਆ, ਠੱਗ। ਕਹੋ ਸਤਨਾਮ ਤੈਨੂੰ ਠੱਗੇ ਆਉਣੇ, ਤੇਥੋਂ ਗਾਂ ਲੈ ਗਿਆ ਪੱਥਰ ਵੱਟੇ। ਇਹ ਤਾਂ ਮੈਨੂੰ ਤੇਰੀ ਪ੍ਰੇਮਾ ਭਗਤੀ ਕਰਕੇ ਆਉਣਾ ਪਿਆ, ਜਿਵੇਂ ਨਾਮਦੇਵ ਨੂੰ ਦਰਸ਼ਨ ਦਿੱਤੇ, ਜਿਵੇਂ ਧੰਨੇ ਨੂੰ ਦਰਸ਼ਨ ਦਿੱਤੇ। ਕਹੋ ਸਤਨਾਮ ਸ੍ਰੀ। ਧੰਨਾ ਮਿੰਨਤਾਂ ਕਰਦਾ। ਕਹਿੰਦੇ ਨਹੀਂ ਮਹਾਰਾਜ ਦੇਖੋ ਤੁਹਾਨੂੰ ਪਹਿਲਾਂ ਮੈਂ ਜਾਣਦਾ ਨਹੀਂ ਸੀਗਾ, ਮੈਂ ਵੇਖਿਆ ਨਹੀਂ ਸੀਗਾ, ਚੱਲ ਮੈਂ ਮਿਲਿਆ ਤਾਂ ਪੰਡਤ ਕਰਕੇ ਹੀ ਆ, ਚਾਹੇ ਠਾਗਾ ਚਾਹੇ ਚੋਰ ਹੈ, ਮੇਰੇ ਕਰਕੇ ਦਰਸ਼ਨ ਜ਼ਰੂਰ ਦੇ ਦਿਓ ਉਹਨੂੰ। ਕਹੋ ਸਤਨਾਮ ਸੀ। ਧੰਨੇ ਨੇ ਮਿਹਨਤ ਕੀਤੀ ਫਿਰ ਮਾਲਕ ਦੀ। ਕਹਿੰਦੇ ਚੱਲ ਕੋਈ ਨਹੀਂ ਤੇਰੇ ਕਰਕੇ ਦੇ ਦਿੰਦੇ। ਫਿਰ ਕਹਿੰਦੇ ਪਰਮੇਸ਼ਰ ਨੇ ਉਸ ਪੰਡਤ ਨੂੰ ਵੀ ਗਿਆਨ ਦਿੱਤਾ, ਦਰਸ਼ਨ ਦਿੱਤੇ, ਧੰਨੇ ਨੂੰ ਵੀ ਤਾਰਿਆ। ਸੋ ਅੱਜ ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਹਾੜਾ, ਜਨਮ ਦਿਹਾੜਾ ਹੈ, ਜੋ ਸਾਰੇ ਥਾਵਾਂ 'ਤੇ ਮਨਾਇਆ ਗਿਆ। ਆਪਣੇ ਵੀ ਅਖੰਡ ਪਾਠ ਸਾਹਿਬ ਹੋਏ। ਸੋ ਇਸ ਕਰਕੇ ਜਦੋਂ ਕੋਈ ਇੱਦਾਂ ਭਗਤੀ ਕਰਦਾ ਹੈ, ਆਪਾਂ ਲੜੀਵਾਰ ਸ਼ਬਦ ਵੀ ਨਾਲ ਨਾਲ ਤੋੜ ਰਹੇ ਹਾਂ। ਸਿਮਰਤ ਸਾਸ ਗਿਰਾਸ ਪੂਰਨ ਵਿਸ਼ਵਾਸ, ਜਿੰਨਾ ਧੰਨੇ ਦਾ ਵਿਸ਼ਵਾਸ ਸੀ ਇੰਨੇ ਵਿਸ਼ਵਾਸ ਨਾਲ। ਸਿਮਰਤ ਸਾਸ ਗਿਰਾਸ ਪੂਰਨ ਵਿਸ਼ਵਾਸ, ਕਿਉਂ ਬਣੋ ਵਿਸਾਰੀਏ ਜੀ। ਜਿਵੇਂ ਧੰਨੇ ਨੇ ਯਾਦ ਕੀਤਾ ਹੈ, ਕਿਉਂ ਬਣੋ ਵਿਸਾਰੀਏ ਨਿਮਖ ਨਹੀਂ ਟਾਰੀਏ। ਇੱਕ ਮਿੰਟ ਵੀ ਨਾ ਜੇ ਭੁੱਲ ਗਏ ਉਸ ਨੂੰ। ਗੁਣਵੰਤ ਪ੍ਰਾਣ ਹਮਾਰੇ, ਜਿਵੇਂ ਸਵਾਸਾਂ ਨੂੰ ਨਹੀਂ ਭੁੱਲਦੇ, ਸਵਾਸ ਸਾਨੂੰ ਨਹੀਂ ਭੁੱਲਦਾ। ਇੱਦਾਂ ਉਹ ਸਾਡੇ ਗੁਣਾਂ ਦਾ ਖਜ਼ਾਨਾ, ਪ੍ਰਾਣਾਂ ਦਾ, ਸਵਾਸਾਂ ਦਾ ਆਸਰਾ ਹੈ। ਤੇ ਫਿਰ ਧੰਨੇ ਦੇ ਵਾਂਗੂ ਮਨ ਵਾਂਛਿਤ ਫਲ ਦੇਤ ਹੈ ਸੁਆਮੀ। ਫਿਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਫਿਰ ਧੰਨੇ ਨੂੰ ਇਤਨਾ ਅਮੀਰ ਬਣਾ ਦਿੱਤਾ, ਭਗਤੀ ਦੇ ਦਿੱਤੀ। ਔਰ ਅੱਜ ਧੰਨਾ ਭਗਤ ਅਮਰ ਹੋ ਗਿਆ ਦੁਨੀਆ ਵਿੱਚ, ਜੁਗਾਂ ਜੁਗਾਂਤਰਾਂ ਤੱਕ ਦੁਨੀਆ ਨੂੰ ਜਾਣੂਗੀ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਪ੍ਰੀਤਮ ਜੀ ਕਹਿੰਦੇ ਜੇ ਕੋਈ ਉਸ ਨੂੰ ਇੱਦਾਂ ਯਾਦ ਕਰਦਾ ਹੈ, ਮਨ ਵਾਂਛਿਤ ਫਲ ਦੇਤ ਹੈ ਸੁਆਮੀ। ਜੀ ਕੀ ਬਿਰਥਾ ਸਾਰੇ ਹਿਰਦੇ ਦੀ ਸੁਣਦਾ ਹੈ, ਵਿੱਚ ਵੜ ਕੇ ਸੁਣਦਾ ਹੈ। ਕੀੜੀ ਦੀ ਨਿੱਕੀ ਜਿਹੀ ਚੀਕ ਪੁਕਾਰ ਪਹਿਲਾਂ ਸੁਣਦਾ ਹੈ, ਹਾਥੀ ਦੀ ਝੰਗਿਆੜ ਸੁਣੇ ਨਾ ਸੁਣੇ ਉਹਦੀ ਮਰਜ਼ੀ ਆ। ਹਰ ਜੁਗ ਜੁਗ ਭਗਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਹੰਕਾਰੀਆਂ ਨੂੰ ਪਿੱਛੇ ਕਰਕੇ ਨਾਮਦੇਵ ਮੁਖ ਲਾਇਆ। ਉੱਥੇ ਵੀ ਪੰਡਤਾਂ ਨੇ ਨਾਮਦੇਵ ਨੂੰ ਮੰਦਰ ਚੋਂ ਕੱਢਿਆ ਸੀਗਾ। ਉੱਥੇ ਵੀ ਪਰਮੇਸ਼ਰ ਨੇ ਭਗਤ ਨੂੰ ਦਰਸ਼ਨ ਦਿੱਤੇ, ਪੰਡਤਾਂ ਨੂੰ ਪਿੱਛੇ ਕਰਤਾ ਉਹਨਾਂ ਹੰਕਾਰੀਆਂ। ਜਨ ਨਾਨਕ ਐਸਾ ਸੇਵਿਆ, ਅੰਤ ਲਈ ਛਡਾਇਆ। ਪ੍ਰੀਤਮ ਜੀ ਕਹਿੰਦੇ ਅਨਾਥ ਕੇ ਨਾਥੇ, ਜਿਨ੍ਹਾਂ ਦਾ ਕੋਈ ਨਹੀਂ, ਧੰਨੇ ਦਾ ਕੋਈ ਨਾ ਬਣਿਆ, ਭਰਾਵਾਂ ਨੇ ਅੱਡ ਕਰਤਾ। ਬੰਜਰ ਜ਼ਮੀਨ ਦੇਤੀ, ਜਿੱਥੇ ਪਾਣੀ ਚੜ੍ਹਦਾ ਨਹੀਂ ਸੀ, ਜਿੱਥੇ ਹਲ ਵਗਦਾ ਨਹੀਂ ਸੀ, ਜਿਹਦੇ 'ਚ ਪੱਥਰ ਸੀ, ਦਰਖਤ ਸੀ, ਮਲੇ ਸੀ, ਕਿੱਕਰਾਂ ਬੇਰੀਆਂ, ਅੱਕ। ਪਰ ਉਸ ਅਨਾਥ ਦਾ ਆ ਕੇ ਨਾਥ ਜਦੋਂ ਬਣਿਆ ਮਾਲਕ। ਅਨਾਥ ਕੇ ਨਾਥੇ ਸਰਬ ਕੇ ਸਾਥੇ, ਬਹਿ ਤਾਂ ਸਾਰਿਆਂ ਨਾਲ ਹੀ ਆਹੋ, ਪਰ ਕਿਤੇ ਪ੍ਰਗਟ ਹੈ ਕਿਤੇ ਗੁਪਤ ਹੈ। ਜਿੱਥੇ ਉਹਨੂੰ ਪ੍ਰਗਟ ਕਰਨਾ ਚਾਹੁੰਦਾ ਕੋਈ, ਉਹ ਪ੍ਰਗਟ ਵੀ ਹੋ ਜਾਂਦਾ। ਜੇ ਕੋਈ ਉਹਨੂੰ ਪਿਆਰ ਕਰਦਾ ਤਾਂ
साच कहो सुन लिहो सब है जिन प्रेम की तिन ही प्रभ पाए। कहते सर्व के साथे सिखो जपो जूए जन्म ना हारी है। किते वेखियो परमेश्वर नूं भुला के संसार के धंधियां विच ही जीवन बर्बाद करदे। जिस तरह जूआ खेडण वाले फट्टे ते आके इकट्ठे होके बह जाते हैं, जो तड़के तो पत्ते ते पत्ता मारते हैं, दिन छिप जाता है, पता नहीं लगता कदों दिन टप गया। घरों आवाज़ां पैंदियां बापू वीरे घरे आ जा, पर वो सारी जिंदगी इदां ही टपा जाते हैं फट्टे ते बह के जुआ खेडते हुए। ये मनुख नूं पातशाह कहते जुआ जन्म ना हारी है। वेखी किते संसार के धंधियां विच खचित होके तो परमेश्वर नूं याद ही ना करे। अनाथ के नाथे सर्व कै साथे जप ਉਹਨੂੰ ਜਪਿਆ कर ਜੂਏ जन्म ना हारी है। सिंधी लोगों ਨੂੰ ਧੰਨ ਧੰਨ गुरु अर्जन देव जी सिंधी भाषा विच ही दसदे आ। कोई ना दिसा डूजड़ो डंडे नाल डूजड़ो, असीं कहने आ दूजड़ा, वो कहते आ डूजड़ा। उन्हां दी बोली सानू अमर कीती है बाणी विच लिया के। सतगुर ने जिथे जिथे गए उत्थों दीआं बोलियां नूं भी नाल वरतिया, प्यार कीता। प्रीतम जी कहते जप जूए जन्म ना हारी है, नानक की बेनती प्रभ पहे आओ सिखो। आपां परमेश्वर अगे बेनती करिए कर किरपा भव जल तारी है। जिवें धन्ने नूं पार लाता, जिवें अनेकां भगतां नूं पार लाता, सानू भी उस तरह इस संसार समुंदर चों, इस भव सागर डरां दा सागर जिथे डर ही डर है। भव सागर का मतलब एक सागर च पानी है, ये संसार जिहड़ा ये डरां दा सागर है। जिवें पानी विच बंदा डुब्बण तो डरदा है, इत्थे बंदा मरण तो डरदा है। अनेकां दुख है, अनेकां डरावे है बंदे दे उत्ते सिर ते। ये डरावे जिहड़े डराउंदे आ बंदे नूं, आओ इन्हां डरां नूं खत्म कर लईए। गुरु किरपा करे सानू इस डरां दे सागर चों कढ लवे। अगला पदा है तीसरा दखना धूड़ी मज्जन साध खे। खे की हुंदी आ? वो खे कहते आ, आपां धूड़ कहने आ, मिट्टी कहने आ। साधां दे चरनां दी धूड़ी खे हुंदी आ, उड्डण वाला रेता। साधां दे चरनां दी धूड़ी, धूड़ी मज्जन साध खे। साधां दे चरनां दी धूड़ी विच इशनान करिए। साई थिए किरपाल, साई इत्थे साई नहीं साई। जिन्हां ने साधुआं दी संगत कीती उन्हां ते परमेश्वर किरपाल हो गया। साई थिया किरपाल, लद्दे हब्बे थोकड़े। लद्दे लभ ले, ये सिंधी भाषा वरत रहे हैं दखने विच। लद्दे लभ ले, हब्बे सारे, थोकड़े थोक विच। थोक विच की हुंदा? थोक समान बेचदे आ बाणीए व्यापारी। थोक हुंदा पैकिंग बहुत वड्डी, खजाना, इक्को चीज़ दियां बहुत सारियां वस्तुआं। तो असीं भी थोक दे विच की लभ लिया? सुख। सारे सुख सारे दातां मैनूं थोक विच मिल गईयां। लद्दे हब्बे थोकड़े, नानक हर धन माल। गुरु अर्जन देव जी कहते हरि दे नाम का धन सानू ऐसा मिलिया कि नाम के बदले सानू सब कुछ मिल गया। नाम के धारे सगले जन। लद्दे हब्बे थोकड़े, नानक हर धन माल। ये शब्द की विचार रहिंदी आपां कल नूं सरवण करांगे। हुण विचार इत्थे रोकण दी आग्या बख्शो। सर्वत संगतां नूं सतगुरां दे परम प्यारे अनन्य प्यारे भगत धन्ना जी के प्रकाश दिहाड़े की लख लख वधाई होवे। बहुत बहुत धन्यवाद जिन्हां ने हाजरियां लवाइयां जी। आओ समाप्ति करिए। बुलाओ फतेह पाओ फतेह। वाहिगुरू जी का खालसा, वाहिगुरू जी की फतेह।